ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਪਰਮਾਤਮਾ ਇੱਕ ਹੈ। ਸਾਡੇ ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਤਾਂ ਕੋਈ ਧਰਮ, ਜਾਤ, ਦੇਸ਼ ਵਿਦੇਸ਼ ਕੁਝ ਵੀ ਨਹੀਂ ਦੇਖਦਾ। ਇਸ ਗੱਲ ਨੂੰ ਅੱਜ ਦੀ ਇਹ ਘਟਨਾ ਸੱਚ ਸਾਬਿਤ ਕਰ ਦੇਵੇਗੀ। ਇੱਕ ਅਜਿਹਾ ਚਮਤਕਾਰ ਜਿਸ ਨੇ ਇੱਕ ਕੰਪਨੀ ਨੂੰ ਵੀ ਹਿਲਾ ਕੇ ਰੱਖ ਦਿੱਤਾ। ਦਿਲਬਾਗ ਸਿੰਘ ਚੰਡੀਗੜ੍ਹ ਦੇ ਹਾਈਵੇ ਦੇ ਉੱਤੇ ਇੱਕ ਵੱਡੀ ਕੰਪਨੀ ਦੇ ਵਿੱਚ ਤੇ ਉਹਨਾਂ ਨੇ ਅਜਿਹੀ ਘਟਨਾ ਸਾਂਝੀ ਕੀਤੀ ਕਿ ਸੁਣ ਕੇ ਇੱਕ ਵਾਰ ਰੂਹ ਕੰਬ ਜਾਵੇਗੀ। ਉਹਨਾਂ ਨੇ ਕਿਹਾ ਕਿ ਮੈਂ ਜਿਸ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ, ਕੰਪਨੀ ਦੇ ਵਿੱਚ 200 ਤੋਂ ਵੱਧ ਬੰਦਾ ਕੰਮ ਕਰਦਾ ਹੈ, ਜੋ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਬੈਠ ਕੇ ਹੀ ਦੇਸ਼ਾਂ ਵਿਦੇਸ਼ਾਂ ਦੇ ਸਾਰਾ ਕੰਮ ਸਾਂਭਦਾ ਹੈ। ਉਸ ਕੰਪਨੀ ਦੇ ਵਿੱਚ ਮੈਂ ਇਕੱਲਾ ਹੀ ਸਰਦਾਰ ਤੇ ਗੁਰੂ ਸਿੱਖ ਹਾਂ। ਭਾਰਤੀ ਲੋਕਾਂ ਤੋਂ ਇਲਾਵਾ ਉੱਥੇ ਹੋਰ ਵੀ ਕਈ ਦੇਸ਼ਾਂ ਦੇ ਬੰਦੇ ਕੰਮ ਕਰਦੇ ਨੇ। ਉਸ ਦੇ ਵਿੱਚ ਇੱਕ ਅਫਗਾਨਿਸਤਾਨ ਦਾ ਮੁੰਡਾ ਵੀ ਕੰਮ ਕਰ ਰਿਹਾ ਹੈ। ਮੇਰਾ ਉਹਦਾ ਉੱਚਾ ਹੋਣ ਕਾਰਨ ਉਹ ਲੜਕਾ ਜਿਸ ਦਾ ਨਾਮ ਮੁਗਨੇਲੀਆ ਹੈ, ਉਹ ਮੇਰੇ ਕੋਲ ਪੇਪਰ ਵਰਕ ਸਾਈਨ ਕਰਵਾਉਣ ਦੇ ਵਾਸਤੇ ਆਇਆ ਕਰਦਾ ਸੀ। ਇੱਕ ਦਿਨ ਮੁਗਨੇਲੀਆ ਬਹੁਤ ਪਰੇਸ਼ਾਨ ਮੇਰੇ ਕਮਰੇ ਦੇ ਵਿੱਚ ਆਇਆ ਤੇ ਫਾਈਲ ਸਾਈਨ ਕਰਵਾਉਣ ਤੋਂ ਬਾਅਦ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ। ਉਹ ਮੈਨੂੰ ਭਰਾ ਸਮਝ ਕੇ ਗੱਲ ਕਰਦਾ ਸੀ। ਉਸ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਆਦਮੀ ਦਾ ਸਰੀਰ ਹੀ ਉਸ ਦਾ ਅਸਲੀ ਧਨ ਹੁੰਦਾ ਹੈ। ਕੁਝ ਸਮੇਂ ਤੋਂ ਉਸ ਦੇ ਰੀੜ੍ਹ ਦੀ ਹੱਡੀ ਵਿੱਚ ਦਰਦ ਵਧਣ ਲੱਗ ਗਿਆ ਸੀ। ਰੀੜ੍ਹ ਦੀ ਹੱਡੀ ਤੱਕ ਤਾਂ ਠੀਕ ਸੀ, ਪਰ ਇਹ ਨੀਚੇ ਤੱਕ ਆ ਰਿਹਾ ਸੀ। ਮੁਗਨੇਲੀਆ ਨੇ ਕਿਹਾ ਕਿ ਜੇਕਰ ਇਹ ਦਰਦ ਘਟਿਆ ਨਾ ਤਾਂ ਮੈਨੂੰ ਕੰਮ ਕਰਨ ਵਿੱਚ ਮੁਸ਼ਕਲ ਹੋ ਜਾਵੇਗੀ ਤੇ ਨਾਲ ਦੀ ਨਾਲ ਮੇਰੀ ਜ਼ਿੰਦਗੀ ਵੀ। ਪਰ ਇਸ ਰੋਗ ਦਾ ਕੋਈ ਇਲਾਜ ਨਹੀਂ ਲੱਭ ਰਿਹਾ। ਕੀ ਹੈ, ਵਧਣ ਤੋਂ ਹੀ ਨਹੀਂ ਹਟ ਰਿਹਾ। ਜੇਕਰ ਇੱਕ ਜਗ੍ਹਾ ਰੁਕ ਜਾਵੇ ਤਾਂ ਵੀ ਠੀਕ ਹੈ। ਮੈਂ ਉਸ ਦੀ ਸਾਰੀ ਗੱਲ ਸੁਣੀ ਤੇ ਕਿਹਾ, ਬਿਮਾਰੀ ਤਾਂ ਵੱਡੀ ਹੈ। ਮੈਂ ਇਸ ਦੇ ਇਲਾਜ ਵਾਸਤੇ ਕਿਸੇ ਡਾਕਟਰ ਨੂੰ ਨਹੀਂ ਜਾਣਦਾ ਜੋ ਇਸ ਦਾ ਪੱਕਾ ਇਲਾਜ ਕਰ ਸਕੇ। ਜੇਕਰ ਹੋਇਆ ਤਾਂ ਮੈਂ ਜ਼ਰੂਰ ਦੱਸਾਂਗਾ। ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਡਾਕਟਰ ਦੀ ਗੱਲ ਨਹੀਂ ਕਰ ਰਿਹਾ। ਦਵਾਈਆਂ ਦੇ ਨਾਲ ਤਾਂ ਇਹ ਬਿਮਾਰੀ ਨਹੀਂ ਰੁਕ ਸਕਦੀ। ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਤੁਸੀਂ ਇੱਕ ਸਰਦਾਰ ਹੋ, ਜਿਹੜਾ ਤੁਹਾਡਾ ਗੁਰੂ ਹੈ ਮੈਨੂੰ ਠੀਕ ਕਰ ਸਕਦਾ ਹੈ। ਮੈਂ ਸਿੱਖ ਧਰਮ ਬਾਰੇ ਕਾਫੀ ਸੁਣਿਆ ਹੈ ਤੇ ਮੈਂ ਇਹ ਵੀ ਜਾਣਦਾ ਹਾਂ ਕਿ ਤੁਹਾਡਾ ਗੁਰੂ ਹਰ ਇੱਕ ਦੀ ਮਦਦ ਕਰਦਾ ਹੈ। ਉਸ ਦੀ ਗੱਲ ਸੁਣ ਕੇ ਮੈਨੂੰ ਇੱਕਦਮ ਝਟਕਾ ਜਿਹਾ ਲੱਗਿਆ। ਮੈਂ ਅੰਦਰੋਂ ਅੰਦਰੀ ਸੋਚ ਰਿਹਾ ਸੀ ਕਿ ਉਸ ਦੇ ਲਈ ਕੀ ਕਰ ਸਕਦਾ ਹਾਂ, ਕਿਉਂਕਿ ਮੈਂ ਕੁਝ ਵੀ ਨਹੀਂ ਜਾਣਦਾ ਸੀ। ਅਜਿਹਾ ਕੁਝ ਸਾਡੇ ਧਰਮ ਵਿੱਚ ਵੀ ਹੁੰਦਾ ਹੈ। ਉਸ ਵੇਲੇ ਮੁਗਨੇਲੀਆ ਤਾਂ ਚਲਾ ਗਿਆ, ਪਰ ਮੈਂ ਆਪਣੀ ਸਮਝ ਮੁਤਾਬਿਕ ਚੰਡੀਗੜ੍ਹ ਦੇ ਬਾਜ਼ਾਰ ਦੇ ਵਿੱਚ ਸੁਖਮਣੀ ਸਾਹਿਬ ਦਾ ਗੁਟਕਾ ਇੰਗਲਿਸ਼ ਦੇ ਵਿੱਚ ਲੱਭਣ ਦੇ ਲਈ ਚਲਾ ਗਿਆ। ਕਾਫੀ ਦੁਕਾਨਾਂ ਤੇ ਪੁੱਛਿਆ, ਪਰ ਇੰਗਲਿਸ਼ ਦੇ ਵਿੱਚ ਗੁਟਕਾ ਸਾਹਿਬ ਨਹੀਂ ਮਿਲਿਆ। ਇੱਕ ਦੁਕਾਨ ਤੇ ਉੱਤੇ ਖੜਾ ਮੈਂ ਪੁੱਛ ਰਿਹਾ ਸੀ ਕਿ ਇੱਕ ਔਰਤ ਮੈਨੂੰ ਕਹਿਣ ਲੱਗੀ, ਮੈਂ ਤੁਹਾਨੂੰ ਦੂਸਰੀ ਦੁਕਾਨਾਂ ਦੇ ਉੱਤੇ ਵੀ ਗੁਟਕਾ ਸਾਹਿਬ ਲੱਭਦੇ ਦੇਖਿਆ ਹੈ। ਬਹੁਤਾ ਜ਼ਿਆਦਾ ਜ਼ਰੂਰਤ ਹੈ। ਮੇਰੇ ਘਰ ਦੇ ਵਿੱਚ ਇੰਗਲਿਸ਼ ਦੇ ਵਿੱਚ ਸੁਖਮਣੀ ਸਾਹਿਬ ਦਾ ਗੁਟਕਾ ਪਿਆ ਹੋਇਆ ਹੈ। ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਲਿਆ ਕੇ ਦੇ ਸਕਦੀ ਹਾਂ। ਹੁਣ ਮੈਨੂੰ ਯਕੀਨ ਹੋਣ ਲੱਗਿਆ ਸੀ ਕਿ ਗੁਰੂ ਸਾਹਿਬ ਵੀ ਉਸ ਲੜਕੇ ਦੀ ਮਦਦ ਕਰਨ ਦੇ ਲਈ ਤਿਆਰ ਹਨ, ਜਿਸ ਕਰਕੇ ਸਾਰਾ ਕੰਮ ਬਣ ਰਿਹਾ ਸੀ। ਉਸ ਔਰਤ ਦੇ ਕੋਲ ਮੈਂ ਗੁਟਕਾ ਸਾਹਿਬ ਲਿਆਇਆ ਅਤੇ ਅਗਲੇ ਦਿਨ ਹੀ ਦਫ਼ਤਰ ਦੇ ਵਿੱਚ ਜਾ ਕੇ ਉਸ ਲੜਕੇ ਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਅਤੇ ਕਿਹਾ ਕਿ ਇਹ ਸਾਡੀ ਗੁਰੂ ਦੀ ਬਾਣੀ ਹੈ, ਇਸ ਦੀ ਅਸ਼ਟਪਦੀਆਂ ਹਰ ਰੋਜ਼ ਕਰਨੀਆਂ ਨੇ ਅਤੇ ਐਤਵਾਰ ਨੂੰ ਪਟਿਆਲੇ ਦੁਖਨਿਵਾਰਨ ਸਾਹਿਬ ਇਸ਼ਨਾਨ ਕਰਕੇ ਅਰਦਾਸ ਕਰਨੀ ਹੈ ਤੇ ਸਾਰਾ ਕੁਝ ਪਰਮਾਤਮਾ ਦੇ ਉੱਤੇ ਛੱਡ ਦਿਓ। ਮੇਰੇ ਇੱਕ ਵਾਰ ਸਮਝਾਉਣ ਤੇ ਉਹ ਝੱਟ ਹੀ ਸਮਝ ਗਿਆ। ਉਸ ਤੋਂ ਅਗਲੇ ਦਿਨ ਮੈਂ ਕੰਪਨੀ ਦੇ ਕੰਮ ਵਾਸਤੇ ਵਿਦੇਸ਼ ਚਲਾ ਗਿਆ ਅਤੇ ਬਾਅਦ ਦੇ ਵਿੱਚ ਕੀ ਹੋਇਆ ਮੈਨੂੰ ਕੁਝ ਨਹੀਂ ਪਤਾ। ਪੂਰੇ 6 ਮਹੀਨਿਆਂ ਬਾਅਦ ਮੈਂ ਚੰਡੀਗੜ੍ਹ ਵਾਪਸ ਆਇਆ ਅਤੇ ਦੁਬਾਰਾ ਦਫ਼ਤਰ ਗਿਆ। ਮੁਗਨੇਲੀਆ ਦੀ ਗੱਲ ਤਾਂ ਮੈਨੂੰ ਬਿਲਕੁਲ ਹੀ ਯਾਦ ਨਹੀਂ ਸੀ। ਮੇਰੇ ਆਉਣ ਤੇ ਮੁਗਨੇਲੀਆ ਮੈਨੂੰ ਮਿਲਣ ਵਾਸਤੇ ਆਇਆ। ਮੈਂ ਹੈਰਾਨ ਹੋ ਗਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਬਿਲਕੁਲ ਵੀ ਦਰਦ ਨਹੀਂ ਸੀ ਤੇ ਉਹ ਬਿਲਕੁਲ ਸਿੱਧਾ ਖੜਾ ਹੋਇਆ ਸੀ। ਹੈਰਾਨਗੀ ਦੇ ਵਿੱਚ ਮੈਂ ਬੋਲਿਆ ਕਿ ਇਹ ਕਿਵੇਂ ਹੋਇਆ, ਉਹ ਵੀ ਇੰਨੀ ਜਲਦੀ। ਮੁਗਨੇਲੀਆ ਨੇ ਕਿਹਾ ਕਿ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਉਵੇਂ ਹੀ ਕਰਦਾ ਰਿਹਾ। ਸਾਡੇ ਪਟਿਆਲੇ ਦੁਖਨਿਵਾਰਨ ਸਾਹਿਬ ਨੇ ਮੈਨੂੰ ਠੀਕ ਕਰ ਦਿੱਤਾ। ਅਸਲ ਦੇ ਵਿੱਚ ਮੈਂ ਨਹੀਂ ਜਾਣਦਾ ਸੀ ਕਿ ਅਜਿਹਾ ਵੀ ਕੁਝ ਹੋਵੇਗਾ। ਮੈਨੂੰ ਤਾਂ ਇੰਜ ਲੱਗ ਰਿਹਾ ਸੀ ਕਿ ਇਸ ਦੇ ਕੋਲੋਂ ਪਾਠ ਵੀ ਨਹੀਂ ਹੋਣਾ। ਮੁਗਨੇਲੀਆ ਨੇ ਦੱਸਿਆ ਕਿ ਉਹ ਪਾਠ ਕਰਕੇ ਹਰ ਐਤਵਾਰ ਦੁਖਨਿਵਾਰਨ ਸਾਹਿਬ ਜਾਂਦਾ ਤੇ ਇਸ਼ਨਾਨ ਤੋਂ ਬਾਅਦ ਕੀਰਤਨ ਸੁਣ ਕੇ ਸੇਵਾ ਕਰਵਾ ਕੇ ਘਰ ਵਾਪਸ ਆ ਜਾਂਦਾ। ਨਾਲ ਦੀ ਨਾਲ ਅੰਮ੍ਰਿਤ ਜਲ ਘਰ ਵੀ ਲੈ ਆਉਂਦਾ। ਉਹਨੇ ਵੇਖਿਆ ਸੀ ਬਾਕੀ ਲੋਕ ਵੀ ਇੰਜ ਹੀ ਕਰ ਰਹੇ ਸੀ। ਪਾਠ ਕਰਨ ਤੋਂ ਇਲਾਵਾ ਉਹ ਹਰ ਰੋਜ਼ ਅੰਮ੍ਰਿਤ ਜਲ ਛਕਦਾ ਤੇ ਨਾਲ ਦੀ ਨਾਲ ਇਹ ਵੀ ਗੱਲ ਕਹਿੰਦਾ ਰਿਹਾ, ਹੇ ਦੁੱਖ ਨਿਵਾਰਨ ਵਾਲੇ ਗੁਰਦੁਆਰੇ ਸਾਹਿਬ ਮੈਨੂੰ ਠੀਕ ਕਰ ਦਿਓ। ਬਾਅਦ ਵਿੱਚ ਉਸਨੇ ਦੱਸਿਆ ਕਿ ਮੇਰੀ ਬਿਮਾਰੀ ਕਿੱਥੇ ਗਈ ਮੈਨੂੰ ਪਤਾ ਹੀ ਨਹੀਂ
ਨਹੀਂ ਲੱਗਿਆ ਤੇ ਡਾਕਟਰ ਵੀ ਮੈਨੂੰ ਇਸ ਬਿਮਾਰੀ ਦਾ ਠੀਕ ਹੋਣ ਦਾ ਕਾਰਨ ਪੁੱਛ ਰਹੇ ਸੀ। ਇਸ ਗੱਲ ਤੋਂ ਇਹ ਸਾਬਿਤ ਹੁੰਦਾ ਹੈ ਕਿ ਧਰਮ, ਜਾਤ ਪਾਤ, ਦੇਸ਼ ਵਿਦੇਸ਼ ਕੋਈ ਖਾਸ ਮਕਸਦ ਨਹੀਂ ਹੁੰਦਾ। ਕਿਰਪਾ ਕਿਸੇ ਤੇ ਵੀ ਹੋ ਸਕਦੀ ਹੈ। ਦੂਸਰੀ ਗੱਲ ਇਹ ਸਾਬਿਤ ਕਰਦੀ ਹੈ ਮੁਗਲੇਨੀਏ ਨੇ ਵਿਸ਼ਵਾਸ ਕਰਕੇ ਅੰਮ੍ਰਿਤ ਦਾ ਪ੍ਰਯੋਗ ਕੀਤਾ ਤੇ ਬਾਣੀ ਪੜ੍ਹੀ, ਜਿਸ ਵਿਸ਼ਵਾਸ ਦੇ ਨਾਲ ਉਸ ਦਾ ਰੋਗ ਕੱਟਿਆ ਗਿਆ। ਆਪਾਂ ਲੋਕ ਅੱਜ ਵੀ ਵਹਿਮਾਂ ਦੇ ਵਿੱਚ ਫਸੇ ਹੋਏ ਹਾਂ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।